morning, students. Good morning, dear students. I am Shivani Mehta. I am Amandeep Kaur, Science mistresses from Government Senior Secondary Self Smart School, Maru, District Patiala. ਅੱਜ ਦੀ ਇਸ ਸਾਇੰਸ ਵਿਸ਼ੇ ਦੀ ਕਲਾਸ ਵਿੱਚ ਅਸੀਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ। Students, ਅੱਜ ਦੇ ਇਸ ਲੈਕਚਰ ਵਿੱਚ ਆਪਾਂ ਕਲਾਸ 10 ਦੇ ਪਾਠ 3 ਧਾਤਾਂ ਅਤੇ ਅਧਾਤਾਂ that is metals and non-metals ਬਾਰੇ ਗੱਲ ਕਰਾਂਗੇ। ਮੈਮ ਜਦ ਵੀ ਅਸੀਂ ਧਾਤਾਂ ਬਾਰੇ ਗੱਲ ਕਰਦੇ ਹਾਂ ਤਾਂ ਮੇਰੇ ਦਿਮਾਗ ਵਿੱਚ ਇਹੀ ਖਿਆਲ ਆਉਂਦਾ ਹੈ ਕਿ ਧਾਤਾਂ ਕੀ ਹਨ, ਇਹ ਧਾਤਾਂ ਤੋਂ ਕਿਵੇਂ ਵੱਖ ਹਨ। How can we distinguish between metals and non-metals? ਹਾਂਜੀ ਮੈਮ, ਮੈਨੂੰ ਲੱਗਦਾ ਬੱਚੇ ਵੀ ਇਹੀ ਸੋਚ ਰਹੇ ਹਨ। ਤਾਂ ਬੱਚਿਓ, ਆਪਣੇ ਆਲੇ ਦੁਆਲੇ ਵਿੱਚ ਪਏ ਪਦਾਰਥਾਂ ਜਿਵੇਂ ਪੈਨ, ਪੈਨਸਿਲ, ਪਾਣੀ ਪੀਣ ਵਾਲਾ ਗਲਾਸ, ਚਮਚ ਜਾਂ ਆਪਣੇ ਹੱਥ ਵਿੱਚ ਪਾਏ ਹੋਏ ਲੋਹੇ ਦੇ ਕੜੇ ਨੂੰ ਧਿਆਨ ਨਾਲ ਦੇਖੋ ਤੇ ਸੋਚੋ ਕਿ ਤੁਸੀਂ ਇਹਨਾਂ ਨੂੰ ਧਾਤਾਂ ਅਤੇ ਅਧਾਤਾਂ ਵਿੱਚ ਵੰਡ ਸਕਦੇ ਹੋ। ਮੈਨੂੰ ਲੱਗਦਾ ਬੱਚੇ ਸੋਚ 'ਚ ਪੈ ਗਏ। ਤਾਂ ਬੱਚਿਓ, ਅਸੀਂ ਉਮੀਦ ਕਰਦੇ ਹਾਂ ਅੱਜ ਦੇ ਇਸ ਲੈਕਚਰ ਤੋਂ ਬਾਅਦ ਤੁਸੀਂ ਧਾਤਾਂ ਅਤੇ ਅਧਾਤਾਂ ਨੂੰ ਵੱਖ-ਵੱਖ ਪਹਿਚਾਨ ਸਕੋਗੇ, ਤੁਸੀਂ ਉਹਨਾਂ ਨੂੰ ਡਿਫਰੈਂਸ਼ੀਏਟ ਕਰ ਸਕੋਗੇ। ਤਾਂ ਆਓ ਬੱਚਿਓ, ਅੱਜ ਆਪਾਂ ਕੁਝ ਆਸਾਨ ਕਿਰਿਆਵਾਂ ਰਾਹੀਂ ਮੈਟਲਸ ਅਤੇ ਨਾਨ ਮੈਟਲਸ ਨੂੰ ਡਿਫਰੈਂਸ਼ੀਏਟ ਕਰਨਾ ਸਿੱਖੀਏ। That how can metals be differentiated from non-metals? ਤਾਂ ਸਾਡੀ ਪਹਿਲੀ ਕਿਰਿਆ ਹੈ ਬੱਚਿਓ, ਦੇਖੋ ਇਹ ਇੱਕ 골ਡ ਬੈਂਗਲ ਹੈ, ਇਹ ਮੈਗਨੀਸ਼ੀਅਮ ਰਿਬਨ ਹੈ, ਸਾਡੇ ਕੋਲ ਕੋਇਲਾ ਹੈ ਅਤੇ ਪੈਨਸਿਲ ਲੈਡ that is graphite which is a non-metal ਹੈ। ਹੁਣ ਵਾਰੀ-ਵਾਰੀ ਅਸੀਂ ਇਹਨਾਂ ਸਾਰਿਆਂ ਨੂੰ ਰੇਗਮਾਰ that is sandpaper ਨਾਲ ਰਗੜ ਕੇ ਵੇਖਦੇ ਹਾਂ ਕਿ ਕੀ ਫਰਕ ਆਉਂਦਾ ਹੈ। ਮੈਂ ਮੈਗਨੀਸ਼ੀਅਮ ਰਿਬਨ ਨੂੰ ਪੈਨਸਿਲ ਸੈਂਡਪੇਪਰ ਨਾਲ ਰਗੜ ਰਹੀ ਹਾਂ। ਓਕੇ, ਮੈਂ ਵੀ ਤਾਂ ਹੋਰ ਵੀ ਜ਼ਿਆਦਾ ਚਮਕਣ ਲੱਗ ਗਿਆ, ਤਾਂ ਬਹੁਤ ਸ਼ਾਈਨੀ ਹੋ ਗਿਆ। ਯਾ ਨਾਓ ਯੂ ਟੈਲ ਮੀ, ਹੁਣ ਮੈਂ ਪੈਨਸਿਲ ਲੈਡ ਨੂੰ ਰਗੜਨ ਦੀ ਕੋਸ਼ਿਸ਼ ਕਰਦੀ ਹਾਂ ਸੈਂਡਪੇਪਰ ਨਾਲ। ਮੈਂ ਇਸ ਦੇ ਬਾਰੇ ਦੇਖੋ ਤੁਹਾਡਾ ਕੀ ਵਿਚਾਰ ਹੈ? ਮੈਮ ਇਸ ਵਿੱਚ ਤਾਂ ਕੋਈ ਚੇਂਜ ਨਹੀਂ ਆਇਆ। ਬਿਲਕੁਲ ਠੀਕ। ਤੇ ਬੱਚਿਓ, ਇਹੀ ਸਾਡੀ ਫਰਸਟ ਕਿਰਿਆ ਦਾ ਸਿੱਟਾ ਹੈ ਕਿ ਮੈਟਲਸ ਜੋ ਹੁੰਦੇ ਹਨ ਉਹ ਸ਼ਾਈਨਿੰਗ ਹੁੰਦੇ ਹਨ। ਦੇ ਹੈਵ ਅ ਮੈਟੈਲਿਕ ਲਸਟਰ। ਉਹਨਾਂ ਵਿੱਚ ਮੈਟਲਸ ਵਿੱਚ ਧਾਤਾਂ ਵਿੱਚ ਇੱਕ ਚਮਕ ਹੁੰਦੀ ਹੈ ਜਿਸ ਨੂੰ ਧਾਤਵੀ ਚਮਕ और metallic luster कहा जाता है। Students, this is the first property to distinguish between metals and non-metals. That metals are shiny, lustrous, whereas non-metals are non-lustrous, or we can call them dull. ਤੇ ਇਸ ਕਿਰਿਆ ਤੋਂ ਆਪਾਂ ਕੀ ਸਿੱਖਿਆ ਬੱਚਿਓ? ਆਪਾਂ ਸਿੱਖਿਆ ਕਿ ਸੋਨਾ ਅਤੇ ਮੈਗਨੀਸ਼ੀਅਮ ਧਾਤਾਂ ਹਨ, ਮੈਟਲਸ ਹਨ, ਜਦੋਂ ਕਿ ਕੋਲਾ ਅਤੇ ਗ੍ਰੇਫਾਈਟ ਅਧਾਤਾਂ ਹਨ, that is they are non-metals। ਤਾਂ ਆਓ ਬੱਚਿਓ, ਹੁਣ ਆਪਾਂ ਇਹਨਾਂ ਹੀ ਧਾਤਾਂ ਨੂੰ ਚਾਕੂ ਨਾਲ ਕੱਟਣ ਦੀ ਕੋਸ਼ਿਸ਼ ਕਰਦੇ ਹਾਂ, ਵੇਖਦੇ ਹਾਂ ਕੀ ਹੁੰਦਾ ਹੈ। ਲੈਟਸ ਸੀ। ਸਭ ਤੋਂ ਪਹਿਲਾਂ ਮੇਰੇ ਹੱਥ ਵਿੱਚ ਇੱਕ ਲੋਹੇ ਦਾ ਟੁਕੜਾ ਹੈ। ਮੈਂ ਇਸ ਲੋਹੇ ਦੇ ਟੁਕੜੇ ਨੂੰ ਚਾਕੂ ਨਾਲ ਕੱਟਣ ਦੀ ਕੋਸ਼ਿਸ਼ ਕਰਦੀ ਹਾਂ। ਨਹੀਂ ਬੱਚਿਓ, ਇਹ ਲੋਹੇ ਦਾ ਟੁਕੜਾ ਕੱਟਿਆ ਨਹੀਂ ਜਾ ਸਕਦਾ, ਇਹ ਬਹੁਤ ਹੀ ਕਠੋਰ ਹੈ। ਹੁਣ ਮੇਰੇ ਹੱਥ ਵਿੱਚ ਇੱਕ ਮੈਗਨੀਸ਼ੀਅਮ ਦਾ ਰਿਬਨ ਹੈ। ਮੈਗਨੀਸ਼ੀਅਮ ਦੇ ਇਸ ਟੁਕੜੇ ਨੂੰ ਮੈਂ ਦੁਬਾਰਾ ਚਾਕੂ ਨਾਲ ਕੱਟਣ ਦੀ ਕੋਸ਼ਿਸ਼ ਕਰਦੀ ਹਾਂ। ਚਾਕੂ ਨਾਲ ਕੱਟਣ ਤੇ ਵੀ ਇਹ ਮੈਗਨੀਸ਼ੀਅਮ ਦਾ ਟੁਕੜਾ ਕੱਟਿਆ ਨਹੀਂ ਜਾ ਸਕਦਾ। ਇਹ ਲੋਹੇ ਦਾ ਟੁਕੜਾ ਔਰ ਇਹ ਮੈਗਨੀਸ਼ੀਅਮ ਦਾ ਟੁਕੜਾ
ਚਾਕੂ ਨਾਲ ਕੱਟੇ ਨਹੀਂ ਜਾ ਸਕਦੇ। ਇਸ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਧਾਤਾਂ ਕਠੋਰ ਹੁੰਦੀਆਂ ਹਨ, ਕਿਉਂਕਿ ਲੋਹਾ ਵੀ ਇੱਕ ਧਾਤ ਹੈ ਅਤੇ ਮੈਗਨੀਸ਼ੀਅਮ ਵੀ ਇੱਕ ਮੈਟਲ ਹੈ, ਜਿਨ੍ਹਾਂ ਨੂੰ ਅਸੀਂ ਚਾਕੂ ਨਾਲ ਨਹੀਂ ਕੱਟ ਸਕਦੇ। एक्सक्यूज मी मैम, मैं पूछना चाह रही सी कि सारियां धातां ही कठोर हुंदियां हन? नहीं मैम, देयर आर अ फ्यू एक्सेप्शंस आल्सो। बच्चों, ਤੁਹਾਨੂੰ ਧਿਆਨ ਵਿੱਚ ਰੱਖਣਾ ਪਵੇਗਾ ਕਿ ਸੋਡੀਅਮ, ਲੀਥੀਅਮ ਔਰ ਪੋਟਾਸ਼ੀਅਮ ਤਿੰਨ ਇਹੋ ਜਿਹੀਆਂ ਧਾਤਾਂ ਹਨ ਜੋ ਕਿ ਬਹੁਤ ਹੀ ਸੌਫਟ ਹੁੰਦੀਆਂ ਹਨ, ਜੋ ਕਿ ਬਹੁਤ ਨਰਮ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਚਾਕੂ ਨਾਲ ਕੱਟ ਸਕਦੇ ਹਾਂ। ਇਹ ਚਾਕੂ ਨਾਲ ਕੱਟੀਆਂ ਜਾ ਸਕਦੀਆਂ ਹਨ। ओके स्टूडेंट्स, फिर ये नोट कर लो, ये एक्सेप्शंस बहुत ही इंपॉर्टेंट ਹਨ। ਕਿਹੜੀਆਂ-ਕਿਹੜੀਆਂ? ਸੋਡੀਅਮ, ਲੀਥੀਅਮ ਅਤੇ ਪੋਟਾਸ਼ੀਅਮ। then these are soft metals, ਇਹਨਾਂ ਨੂੰ ਕੱਟਿਆ ਜਾ ਸਕਦਾ ਹੈ। ਹੁਣ ਆਪਾਂ ਧਾਤਾਂ ਬਾਰੇ ਪੜਨ ਤੋਂ ਬਾਅਦ ਅਧਾਤਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਮੇਰੇ ਹੱਥ ਵਿੱਚ ਪਕੜੀ ਇਸ ਬੋਟਲ ਵਿੱਚ ਬ੍ਰੋਮੀਨ ਹੈ। ਬ੍ਰੋਮੀਨ ਜੋ ਕਿ ਇੱਕ ਨॉन ਮੈਟਲ ਅਧਾਤ ਹੈ, ਇਹ ਹਮੇਸ਼ਾ ਲਿਕੁਇਡ ਸਟੇਟ यानी कि द्रव अवस्था ਵਿੱਚ ਮੌਜੂਦ ਹੁੰਦੀ ਹੈ। ਬ੍ਰੋਮੀਨ ਨੂੰ ਬੋਟਲ ਵਿੱਚ ਰੱਖਿਆ ਜਾਂਦਾ ਹੈ ਕਿਉਂਕਿ ਇਹ ਬਹੁਤ ਜਲਦੀ ਇਵੈਪੋਰੇਟ ਹੋ ਜਾਂਦੀ ਹੈ। ਉਸ ਤੋਂ ਬਾਅਦ ਇਹ ਇੱਕ ਕੋਇਲਾ ਹੈ। ਇਸ ਨੂੰ ਤੁਸੀਂ ਆਪਣੇ ਘਰਾਂ ਵਿੱਚ ਆਮ ਦੇਖਿਆ ਹੋਵੇਗਾ। ਇਹ ਵੀ ਇੱਕ ਨॉन ਮੈਟਲ ਹੈ, ਅਧਾਤ ਹੈ ਜੋ ਕਿ ਠੋਸ ਅਵਸਥਾ ਵਿੱਚ ਮੌਜੂਦ ਹੁੰਦੀ ਹੈ। ਉਸ ਤੋਂ ਬਾਅਦ ਤੁਸੀਂ ਹਵਾ ਵਿੱਚ ਮੌਜੂਦ ਗੈਸਾਂ ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ, ਆਕਸੀਜਨ ਬਾਰੇ ਸੁਣਿਆ ਹੋਵੇਗਾ। ਇਹ ਸਭ ਨॉन ਮੈਟਲ ਦੀਆਂ ਕੁਝ ਉਦਾਹਰਨਾਂ ਹਨ। ਇਸ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਅਧਾਤਾਂ ਤਿੰਨੋਂ ਹੀ ਅਵਸਥਾਵਾਂ, ਤਿੰਨੋਂ ਹੀ ਸਟੇਟਸ यानी कि ठोस, द्रव ਅਤੇ ਗੈਸ, ਸੋਲਿਡ, ਲਿਕੁਇਡ ਅਤੇ ਗੈਸੀਅਸ ਸਟੇਟ ਵਿੱਚ ਐਗਜ਼ਿਸਟ ਕਰਦੀਆਂ ਹਨ। ਅੱਛਾ ਮੈਮ, मतलब ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਨॉन ਮੈਟਲਸ ਤਾਂ ਤਿੰਨੋਂ ਸਟੇਟ ਆਫ ਮੈਟਰਸ ਵਿੱਚ ਮਿਲਦੀਆਂ ਹਨ, ਮਤਲਬ ਸੋਲਿਡ, ਲਿਕੁਇਡ ਅਤੇ ਗੈਸ, ਜਦੋਂ ਕਿ ਮੈਟਲਸ ਕੇਵਲ ਸੋਲਿਡ ਅਵਸਥਾ ਵਿੱਚ ਹੀ ਪਾਈਆਂ ਜਾਂਦੀਆਂ ਹਨ। ਇਜ਼ ਦੈਟ ਸੋ? ਨਹੀਂ ਮੈਮ, ਮੈਟਲਸ ਬਾਰੇ ਪੜ੍ਹਦੇ ਸਮੇਂ ਬੱਚਿਓ ਹਮੇਸ਼ਾ ਇਹਨਾਂ ਦੀ ਇੱਕ ਐਕਸੈਪਸ਼ਨ ਨੂੰ ਧਿਆਨ ਵਿੱਚ ਰੱਖਿਓ। ਮਰਕਰੀ ਇਜ਼ ਦਾ ਓਨਲੀ ਮੈਟਲ ਜੋ ਕਿ ਲਿਕੁਇਡ ਸਟੇਟ ਵਿੱਚ ਮਿਲਦੀ ਹੈ, ਜੋ ਕਿ रूम ਟੈਂਪਰੇਚਰ ਤੇ ਸਾਨੂੰ ਤਰਲ ਅਵਸਥਾ ਵਿੱਚ ਮਿਲਦੀ ਹੈ। ਮਰਕਰੀ ਨੂੰ ਬੇਟਾ ਤੁਸੀਂ ਸਭ ਨੇ ਟੈਂਪਰੇਚਰ ਚੈੱਕ ਕਰਨ ਵਾਲੇ ਥਰਮਾਮੀਟਰਸ ਵਿੱਚ ਜ਼ਰੂਰ ਦੇਖਿਆ ਹੋਵੇਗਾ। ਅਗਲੀ ਵਾਰੀ ਧਿਆਨ ਵਿੱਚ ਰੱਖਿਓ ਕਿ ਇਹ ਮਰਕਰੀ ਇੱਕ ਮੈਟਲ ਹੈ। ਬੱਚਿਓ, ਇਸ ਚੈਪਟਰ ਵਿੱਚ ਮੈਟਲਸ ਔਰ ਨॉन ਮੈਟਲਸ ਨੂੰ ਪੜ੍ਹਦੇ ਸਮੇਂ ਇਹ ਗੱਲ ਦਾ ਬਹੁਤ ਧਿਆਨ ਰੱਖਣਾ ਕਿ ਤੁਸੀਂ ਇਹਨਾਂ ਦੀਆਂ ਐਕਸੈਪਸ਼ਨਸ ਨੂੰ ਯਾਦ ਕਰੋ, ਕਿਉਂਕਿ ਇੱਕ ਨੰਬਰ ਦੇ ਸਵਾਲ ਤੁਹਾਡੇ ਇਹਨਾਂ ਹੀ ਐਕਸੈਪਸ਼ਨਸ ਵਿੱਚੋਂ ਅਕਸਰ ਪੁੱਛੇ ਜਾਂਦੇ। ਬੱਚਿਓ, ਜਿਵੇਂ ਕਿ ਤੁਸੀਂ ਦੇਖਿਆ ਕਿ ਕਿਵੇਂ ਕਿਸੇ ਧਾਤ ਨੂੰ ਆਇਰਨ ਬਲੌਕ ਤੇ ਰੱਖ ਕੇ ਜਦੋਂ ਹਥੌੜੇ ਨਾਲ 4 ਤੋਂ 5 ਵਾਰੀ ਕੁੱਟਿਆ ਗਿਆ ਤਾਂ ਉਸ ਦੇ ਰੂਪ ਵਿੱਚ ਪਰਿਵਰਤਨ ਆ ਗਿਆ, ਉਸਨੇ ਇੱਕ ਚਾਦਰ ਦਾ ਰੂਪ ਲੈ ਲਿਆ। ਤਾਂ ਸਟੂਡੈਂਟਸ, ਮੈਟਲਸ ਦੀ ਇਹ ਪ੍ਰੋਪਰਟੀ ਜਿਸ ਦੇ ਦੁਆਰਾ ਉਹਨਾਂ ਨੂੰ ਕੁੱਟਣ ਤੋਂ ਬਾਅਦ ਚਾਦਰਾਂ ਦਾ ਰੂਪ ਲੈ ਲੈਂਦੇ ਹਨ, ਉਸ ਨੂੰ ਕੁਟੀਣ ਯੋਗਤਾ ਜਾਂ ਮੈਲੀਏਬਿਲਿਟੀ ਕਿਹਾ ਜਾਂਦਾ ਹੈ। ਮੈਮ, ਇਹ ਇੱਕ ਸਪੈਚੂਲਾ ਹੈ। ਇਸ ਨੂੰ ਬੇਟੇ ਮੈਨੂੰ ਲੱਗਦਾ ਤੁਸੀਂ ਸਾਰਿਆਂ ਨੇ ਆਪਣੀ ਸਾਇੰਸ ਲੈਬ ਦੇ ਵਿੱਚ ਇਸ ਸਪੈਚੂਲਾ ਨੂੰ ਧਿਆਨ ਦੇ ਨਾਲ ਦੇਖਿਆ ਹੋਵੇਗਾ ਔਰ ਵਰਤਿਆ ਵੀ ਹੋਵੇਗਾ। ਮੈਮ, ਇਹ ਇੱਕ ਪਤਲੀ ਚਾਦਰ ਵਰਗਾ ਲੱਗ ਰਿਹਾ ਹੈ, ਬਿਲਕੁਲ ਸਟ੍ਰੇਟ ਤੇ ਫਲੈਟ ਹੈ। ਕੀ ਇਸ ਨੂੰ ਅਸੀਂ ਕੁਟੀਣ ਯੋਗਤਾ ਦੀ ਉਦਾਹਰਨ ਕਹਿ ਸਕਦੇ ਹਾਂ? ਬਿਲਕੁਲ ਠੀਕ ਮੈਮ। ਦੇਖੋ ਬੱਚਿਓ, ਮੈਮ ਨੇ ਬਹੁਤ ਹੀ ਅੱਛੀ ਉਦਾਹरण ਦੱਸੀ ਹੈ। ਇਹ ਸਪੈਚੂਲਾ ਜੋ ਹੈ ਇਹ ਵੀ ਇੱਕ ਧਾਤ ਦਾ ਹੀ ਬਣਿਆ ਹੋਇਆ ਹੈ, ਜਿਸ ਨੂੰ ਕੁੱਟਣ ਤੋਂ ਬਾਅਦ ਇਸ ਨੂੰ ਫਲੈਟ ਕਰਕੇ ਇਹ ਸ਼ੇਪ ਦਿੱਤੀ ਗਈ ਹੈ। ਬੱਚਿਓ,
ਕੀ ਤੁਸੀਂ ਮੈਲੀਏਬਿਲਿਟੀ ਦੀਆਂ मतलब ਕੁਟੀਣ ਯੋਗਤਾ ਦੀਆਂ ਕੁਝ ਹੋਰ ਉਦਾਹਰਨਾਂ ਬਾਰੇ ਸੋਚ ਸਕਦੇ ਹੋ? ਜੀ ਹਾਂ, ਤੁਹਾਡੀ ਕਿਚਨ ਵਿੱਚ ਪਾਈਆਂ ਜਾਣ ਵਾਲੀਆਂ ਪਲੇਟਸ, ਤਵਾ, ਇਹ ਸਾਰੀਆਂ ਹੀ ਮੈਲੀਏਬਿਲਿਟੀ मतलब ਕੁਟੀਣ ਯੋਗਤਾ ਦੀਆਂ ਉਦਾਹਰਨਾਂ ਹਨ। और बच्चों, एक गल होर दसना चाहूंगी मैं कि सोना ਅਤੇ ਚਾਂਦੀ they are the most malleable metals, that means ਉਹਨਾਂ ਵਿੱਚ सारे नालों ज्यादा कुटीण योग्यता दा गुण है। ਉਹਨਾਂ ਨੂੰ ਕੁੱਟ ਕੇ बहुत ही पतलियां चादरां ਵਿੱਚ तब्दील किया जा सकता है। बच्चों, मिठाइयां ते लगे चांदी दे वर्क, किचन च पए बर्तन जिवें प्लेट्स, तवा, प्रेशर कुकर, घर दीयां छत्तां ते पईयां टीन दीयां चादरां ते धातां दे बने गहने, ਇਹ सब ਕੁਟੀਣ ਯੋਗਤਾ ਦੀਆਂ ਹੀ ਉਦਾਹਰਨਾਂ ਹਨ। ਬੱਚਿਓ, ਧਾਤਾਂ ਨੂੰ ਸਿਰਫ ਕੁੱਟਿਆ ਹੀ ਨਹੀਂ ਜਾ ਸਕਦਾ, ਉਹਨਾਂ ਨੂੰ ਖਿੱਚ ਕੇ ਉਹਨਾਂ ਦੀਆਂ ਤਾਰਾਂ ਵੀ ਬਣਾਈਆਂ ਜਾ ਸਕਦੀਆਂ ਹਨ। ਕੀ ਤਾਰਾਂ ਵੀ ਬਣਾਈਆਂ ਜਾ ਸਕਦੀਆਂ? ਯੈਸ ਮੈਮ, ਧਾਤਾਂ ਦੀ ਖਿੱਚ ਕੇ ਤਾਰਾਂ ਬਣਾਉਣ ਦੀ ਸਮਰੱਥਾ ਨੂੰ ਉਹਨਾਂ ਦੀ ਖਿਚੀਣ ਯੋਗਤਾ ਜਾਣੀ ਕਿ ਡਕਟਿਲਿਟੀ ਕਿਹਾ ਜਾਂਦਾ ਹੈ। ਬੱਚਿਓ, ਤੁਸੀਂ ਦੇਖਿਆ ਕਿ ਧਾਤ ਦੇ ਜਦੋਂ ਕਿਸੇ ਟੁਕੜੇ ਨੂੰ ਲੋਹੇ ਦੇ ਬਲੌਕ ਉੱਪਰ ਰੱਖ ਕੇ ਕੁੱਟਿਆ ਜਾਂਦਾ ਹੈ, ਉਸ ਤੇ 4 ਜਾਂ 5 ਵਾਰ ਹਥੌੜਾ ਮਾਰਿਆ ਜਾਂਦਾ ਹੈ ਜਾਂ ਉਸ ਨੂੰ ਪਲਾਇਰਸ ਜਾਨੀ ਕਿ ਪਲਾਸ ਦੀ ਮਦਦ ਨਾਲ ਖਿੱਚਿਆ ਜਾਂਦਾ ਹੈ, ਤਾਂ ਉਸ ਧਾਤ ਦੇ ਟੁਕੜੇ ਨੇ ਇੱਕ ਤਾਰ ਦਾ ਰੂਪ ਲੈ ਲਿਆ। ਧਾਤ ਤੋਂ ਤਾਰਾਂ ਬਣਾਉਣ ਦੀ ਇਸ ਪ੍ਰਕਿਰਿਆ ਨੂੰ ਧਾਤਾਂ ਦਾ ਖਿਚੀਣ ਯੋਗਤਾ ਦਾ ਗੁਣ ਜਾਣੀ ਕਿ ਡਕਟਿਲਿਟੀ ਕਿਹਾ ਜਾਂਦਾ ਹੈ। ਬੱਚਿਓ, ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ 1 ਗ੍ਰਾਮ ਸੋਨੇ ਦੇ ਟੁਕੜੇ ਤੋਂ 2 ਕਿਲੋਮੀਟਰ ਤੱਕ ਲੰਬੀ ਤਾਰ ਬਣਾਈ ਜਾ ਸਕਦੀ ਹੈ। ਐਲੂਮੀਨੀਅਮ ਦੀ ਧਾਤ ਤੋਂ ਬਣੀ ਐਲੂਮੀਨੀਅਮ ਦੀ ਇਹ ਤਾਰ, कॉपर मैटल तो बनी एक कॉपर दी तार धातां दी खचीण योगता दीयां चंगीआं उदाहरणां हन, जिन्हां तो सानू पता लगदा है कि धातां नूं खिच के उन्हां दीयां तारां बनाईयां जा सकदियां हन अते धातां नूं कुट के उन्हां दीयां चादरां बनाईयां जा सकदियां हन। ਇਹ ਤਾਂ ਹੋ ਗਈ ਧਾਤਾਂ ਦੀ ਗੱਲ। ਹੁਣ ਜੇ ਅਸੀਂ ਅਧਾਤਾਂ ਦੀ ਗੱਲ ਕਰਦੇ ਹਾਂ ਤਾਂ ਬੱਚਿਓ, जेकर असी अधातां जिवें कि कोयला इस नूं कुट्टण दी कोशिश करिए जां खिच्चण दी कोशिश करिए तां की हुंदा है, ना तां असी इन्हां तों चादरां बना सकदे हां अते ना ही तारां, सगों इह टुट जांदियां हन जां भुर जांदियां हन। दैट मीन्स non-metals are neither malleable nor ductile but they are brittle. Got it, students? मैम, की धातां दी कुटीण योगता और खचीण योगता दे गुण करके ही मतलब उन्हां दी मैलेबिलिटी और डक्टिलिटी दे गुण करके ही उन्हां दी बर्तन बनाए जाते हैं? Indeed, it's a very good question. बच्चों, आओ आप मैम दे इस क्वेश्चन दा आंसर फाइंड आउट करन लई एक छोटी ਜਿਹੀ क्रिया करते हैं। की करना है बच्चों, तुसीं एक क्लैंप स्टैंड लेना है, उस दे नाल बच्चों आपां एक धात दा स्केल अटैच कर दिता अते उस स्केल ते असी वैक्स की मदद नाल, मोम की मदद नाल 2 पिन्स लगा दित्तियां। हुण बच्चों आपां ये कैंडल ऑन करांगे ते देखांगे कि की हुंदा है। हाँ, देखो मैम, स्केल गर्म हो रहे हैं। यस मैम, इट्स वेरी हॉट, है ना? हाँ बच्चों, तुसी देख सकते हो कि यह स्केल गर्म होने के कारण पिन जो है गिर गया, पर कि यह स्केल पिघल गया नहीं ना बच्चों। तो इस तो यह सिद्ध होता है, मैं मेनू साइड पे कर दूं,
ਤਾਂ ਇਸ ਤੋਂ ਬੱਚਿਓ ਇਹ ਸਿੱਧ ਹੁੰਦਾ ਹੈ ਕਿ ਧਾਤਾਂ ਜੋ ਹਨ ਉਹ ਨਾ ਤਾਂ ਪਿਘਲਦੀਆਂ ਹਨ, ਮਤਲਬ ਉਹਨਾਂ ਦਾ ਪਿਘਲਣਾਂਕ ਬਹੁਤ ਉੱਚਾ ਹੁੰਦਾ ਹੈ, ਅਤੇ ਉਹ ਤਾਪ ਦੀਆਂ ਚਾਲਕ ਹੁੰਦੀਆਂ ਹਨ। ਇਹੀ ਰੀਜ਼ਨ ਹੈ ਕਿ ਅਸੀਂ ਧਾਤਾਂ ਦੇ ਬਣੇ ਹੋਏ ਬਰਤਨਾਂ ਵਿੱਚ ਭੋਜਨ ਪਕਾਉਂਦੇ ਹਾਂ। ਤੇ ਨਾਲ ਹੀ ਬੱਚਿਓ ਮੈਂ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹੂੰਗੀ ਕਿ ਸਿਲਵਰ ਮਤਲਬ ਚਾਂਦੀ ਅਤੇ ਕਾਪਰ जो दो धातां हन यह ताप दियां सारे नालों वधिया चालक हन, जदों कि लेड एक अजिही धात है जो ताप दी घट चालक है। मैम तुसी कहा कि धातां दे बर्तन बनाए जाते हैं, पर असी अक्सर देखते हाँ कि प्रेशर कुकर जिसनूं असी रसोई विच वरतते हाँ उसका हैंडल अक्सर ही किसी होर पदार्थ का बनिया हुंदा है। अजिहा क्यों हुंदा है? ठीक है मैम, बिल्कुल ठीक है, क्योंकि धातां ताप दियां चालक हन तां ओह गरम हो जांदियां हन ते जेकर असीं गरम हैंडल नूं पकड़ांगे तां साडे हत्थ जलन दा डर रहेगा। इस करके जो हैंडल है ओह प्लास्टिक वर्गे किसी मटीरियल दे बने हुंदे हन तां जो ओह गरम ना होवे ते उसनूं आसानी नाल चक्किया जा सके। ठीक है, उम्मीद है बच्चों तुसी समझ गए होंगे कि धातां ताप दियां चंगियां चालक हन। बेटा पिछली क्रिया विच असी धातां तो खिंच के उन्हां दियां तारां बनाईयां सी, पर तुसी सारे सोच रहे होवोगे कि तारां धातां दियां क्यों बनाईयां गईयां। ओह धातां तारां बना के किस तरह वरतों विच लियाईयां जांदियां हन। बेटा धात तो बणीਆਂ ਤਾਰਾਂ ਦਾ उपयोग ਅਸੀਂ ਬਿਜਲੀ ਉਪਕਰਨਾਂ ਵਿੱਚ ਕਰਦੇ ਹਾਂ ਤਾਂ ਜੋ ਇੱਕ ਥਾਂ ਤੋਂ ਦੂਸਰੇ ਥਾਂ ਬਿਜਲੀ ਨੂੰ ਲਿਜਾਣਾ ਸੌਖਾ ਹੋ ਸਕੇ। ਬੱਚਿਓ ਮੇਰੇ ਹੱਥ ਵਿੱਚ ਇੱਕ ਇਲੈਕਟ੍ਰਿਕ ਸਰਕਟ ਹੈ। ਇਸ ਦੀ ਮਦਦ ਨਾਲ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਧਾਤਾਂ ਜਾਂ ਅਧਾਤਾਂ ਬਿਜਲੀ ਦੀਆਂ ਸੁਚਾਲਕ ਹਨ ਜਾਂ कुचालक हैं। बेटा ये मैं एक बैटरी लगाई है, बैटरी दा एक सिरा असी बल्ब दे नाल जोड़िया है, बैटरी दे दूसरे सिरे दे नाल मैं एक क्रोकोडाइल क्लिप लगाया है, बल्ब दे दूसरे सिरे तो एक तार दे नाल एक क्रोकोडाइल क्लिप लगाया है। सब तो पहला मैं इस विच इस गोल्ड बैंगल नू सोने के टुकड़े नू ज्वाइन करके लगा के देखते हैं। वेरी इंटरेस्टिंग। यस मैम। ओह वाओ, देखो बेटा सोने दे इस कड़े नू दो क्रोकोडाइल क्लिप्स दे विचकार लगाण नाल असीं देखिया कि बल्ब जग गया। हुण असीं इस दी थां ते एक स्पैचुला जो कि किसी धात का बनिया हो सकता है इसको लगा के देखते हैं। बल्ब का जगना यह सिद्ध करता है कि एक क्लिप्स के विचकार लग्या कोई भी चीज कोई भी पदार्थ एक धात है। हुण असीं एक जिंक मैटल नूं जिंक की धात नूं इस क्लिप्स के विचकार लगाने की कोशिश करते हैं। तुसी देख रहे हो इस जगते हुए बल्ब तो ये सिद्ध हो गया कि ये जिंक का टुकड़ा भी एक धात है। वाओ, इस तो अपन पता चल गया कि धातां जो हन वो बिजली दियां सुचालक हन। ते मैम अधातां बारे तुहाडा की विचार है? वो भी देख लेंदे हां मैम। सब तो पहला असी इस क्लिप्स के विचकार एक कोयले के टुकड़े नूं लगाण दी कोशिश करते हैं। नहीं चलिया मैम बल्ब का ना जगना इस तो सानू की पता लग्या बच्चों? हाँ जी सोचो। तुसी बिल्कुल सही सोच रहे ने बच्चे मैम कि ये एक अधात है क्योंकि बल्ब का जगना शुरू नहीं होया। ओके, तो मैम मतलब आप ये कह सकते हैं कि धातां जो हन वो बिजली दियां सुचालक हन जदों कि अधातां बिजली दियां कुचालक हन। कि मैम कोई अजिही अधात भी है जिहड़ी बिजली नूं
ਬਿਜਲੀ ਦੀ ਚਾਲਕ ਹੋਵੇ। ਹਾਂਜੀ ਬੱਚਿਓ, ਜਿੱਥੇ ਤੁਸੀਂ ਧਾਤਾਂ ਅਤੇ ਅਧਾਤਾਂ ਦੀਆਂ ਐਕਸੈਪਸ਼ਨਸ ਨੂੰ ਲਿਖਿਆ ਹੈ, ਉੱਥੇ ਹੀ ਇੱਕ ਹੋਰ ਐਕਸੈਪਸ਼ਨਸ ਨੂੰ ਲਿਖ ਲਓ ਬੇਟੇ ਕਿ ਅਧਾਤਾਂ ਦੇ ਵਿੱਚੋਂ ਗ੍ਰੇਫਾਈਟ, ਗ੍ਰੇਫਾਈਟ ਜਦੋਂ ਉਸ ਨੂੰ ਅਸੀਂ ਇਸ ਸਰਕਟ ਦੇ ਵਿੱਚ ਲਗਾਉਂਦੇ ਹਾਂ, ਇਸ ਕਲਿਪਸ ਦੇ ਵਿਚਕਾਰ ਜੋੜਦੇ ਹਾਂ, ਤਾਂ ਤੁਸੀਂ ਦੇਖ ਰਹੇ ਹੋ ਕਿ ਇਹ ਬਲਬ ਜਗ ਗਿਆ ਹੈ। ਜਿਸ ਤੋਂ ਬੱਚਿਓ ਆਪਾਂ ਨੇ ਕੀ ਦੇਖਿਆ ਕਿ ਗ੍ਰੇਫਾਈਟ ਇੱਕ ਅਜਿਹੀ ਅਧਾਤ ਹੈ ਜਿਸ ਵਿੱਚੋਂ ਬਿਜਲੀ ਲੰਘ ਸਕਦੀ ਹੈ, ਜਦੋਂ ਕਿ ਧਾਤਾਂ ਬਿਜਲੀ ਦੀਆਂ ਚੰਗੀਆਂ ਚਾਲਕ ਹਨ। that metals can conduct electricity। ਓਕੇ ਮੈਮ, ਤੁਸੀਂ ਕਹਿ ਰਹੇ ਹੋ ਕਿ ਇਹ ਤਾਰਾਂ ਧਾਤ ਦੀਆਂ ਬਣੀਆਂ ਹੋਈਆਂ ਹਨ, ਪਰ ਇਹ ਤਾਂ ਮੈਨੂੰ ਕੁਝ ਪਲਾਸਟਿਕ ਜੈਸਾ ਲੱਗ ਰਿਹਾ ਹੈ, ਇਹ ਕੀ ਹੈ? ਹਾਂਜੀ ਬੱਚਿਓ, ਮੈਮ ਦੇ ਸਵਾਲ ਤੋਂ ਯਾਦ ਆਇਆ ਕਿ ਤੁਹਾਨੂੰ ਦੱਸਣਾ ਰਹਿ ਗਿਆ ਕਿ ਧਾਤ ਦੀਆਂ ਬਣੀਆਂ ਤਾਰਾਂ, ਮੈਟਲਸ ਤੋਂ ਬਣੀਆਂ ਹੋਈਆਂ ਤਾਰਾਂ ਦੇ ਉੱਪਰ ਇੱਕ ਪਲਾਸਟਿਕ ਦੀ ਕੋਟਿੰਗ ਚੜਾਈ ਜਾਂਦੀ ਹੈ, ਜਿਸ ਨੂੰ ਕਿ ਪੀਵੀਸੀ ਜਾਂ ਪੋਲੀਵਿਨਾਈਲ ਕਲੋਰਾਈਡ ਕਿਹਾ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਧਾਤਾਂ ਦੀ ਹੈਂਡਲਿੰਗ ਸੁਖਾਲੀ ਹੋ ਸਕੇ, ਕਿਸੇ ਨੂੰ ਸ਼ਾਰਟ ਸਰਕਟ ਕਰਕੇ ਜਾਂ ਕਿਸੇ ਹੋਰ ਵਜ੍ਹਾ ਦੇ ਕਰਕੇ ਕਰੰਟ ਆਦि ਲੱਗਣ ਤੋਂ ਬਚਾਅ ਹੋ ਸਕੇ। ਓਕੇ, ਫਿਰ ਤਾਂ ਇਹ ਬਹੁਤ ਹੀ ਵਧੀਆ ਚੀਜ਼ ਹੈ। ਯੈਸ ਮੈਮ। ਓਕੇ, ਇਹ ਕੀ ਹੈ ਮੈਮ? ਬੱਚਿਓ, ਇਹ ਧਾਤਾਂ ਦੀ ਅਗਲੀ ਪ੍ਰੋਪਰਟੀ ਨੂੰ ਡਿਸਕ੍ਰਾਈਬ ਕਰਦਾ ਹੈ। ਇਹ ਜੋ ਆਵਾਜ਼ ਹੈ, ਇਹ ਅਸਲ ਵਿੱਚ ਧਾਤਾਂ ਦੀ ਹੀ ਇੱਕ ਪ੍ਰੋਪਰਟੀ ਹੈ। ਧਾਤਾਂ ਜੋ ਹੁੰਦੀਆਂ ਹਨ ਬੱਚਿਓ, ਜਦੋਂ ਉਹ ਕਿਸੇ ਹਾਰਡ ਸਰਫੇਸ ਨਾਲ ਟਕਰਾਉਂਦੀਆਂ ਹਨ, not only this bell, if you talk of this spatula, look, this is also making sound। ਤਾਂ ਜਿਹੜੀ ਵੀ ਧਾਤ ਜਦੋਂ ਹਾਰਡ ਸਰਫੇਸ ਨਾਲ ਟਕਰਾਉਂਦੀ ਹੈ ਤਾਂ ਉਹ ਇੱਕ ਆਵਾਜ਼ ਪੈਦਾ ਕਰਦੀ ਹੈ, ਉਹ ਇੱਕ ਧੁਨੀ ਪੈਦਾ ਕਰਦੀ ਹੈ। ਇਸ ਕਰਕੇ ਧਾਤਾਂ ਨੂੰ ਸੋਨਰਸ ਕਿਹਾ ਜਾਂਦਾ ਹੈ। ਜਦੋਂ ਕਿ ਅਧਾਤਾਂ, ਜਿਵੇਂ ਕਿ ਕੋਲਾ ਹੈ, ਜਦੋਂ ਅਸੀਂ ਉਸ ਨੂੰ ਕਿਸੇ ਹਾਰਡ ਸਰਫੇਸ ਨਾਲ ਟਕਰਾ ਰਹੇ ਹਾਂ ਤਾਂ ਆਵਾਜ਼ ਨਹੀਂ ਆ ਰਹੀ। So non-metals are non-sonorous, whereas metals are sonorous। ਤਾਂ ਬੱਚਿਓ, ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਮੰਦਿਰ ਦੀਆਂ ਘੰਟੀਆਂ ਜਾਂ ਤੁਹਾਡੇ ਸਕੂਲ ਦੀ ਘੰਟੀ ਧਾਤਾਂ ਦੀ ਕਿਉਂ ਬਣਾਈ ਜਾਂਦੀ ਹੈ। मैम, और धात की आवाज भी बहुत सुरीली है बच्चों। देखो, बहुत सुरीली आवाज आ रही है इस बैल दे विचों। इसीलिए इन्हों सोनरस कहा जाता है। ਤਾਂ ਬੱਚਿਓ, ਅਸੀਂ ਸਿੱਖਿਆ ਕਿ ਧਾਤਾਂ ਚਮਕੀਲੀਆਂ, ਕੁਟੀਣਯੋਗ, ਖਚੀਣਯੋਗ, ਤਾਪ ਅਤੇ ਬਿਜਲੀ ਦੀਆਂ ਸੁਚਾਲਕ ਹੁੰਦੀਆਂ ਹਨ ਅਤੇ ਅਧਾਤਾਂ ਨਾ ਕੁਟੀਣਯੋਗ, ਨਾ ਖਚੀਣਯੋਗ ਅਤੇ ਨਾ ਹੀ ਚਮਕੀਲੀਆਂ ਹੁੰਦੀਆਂ ਹਨ। ਇਹ ਤਾਪ ਅਤੇ ਬਿਜਲੀ ਦੀਆਂ ਕੁਚਾਲਕ ਹੁੰਦੀਆਂ ਹਨ। Students, now let's recapitulate what we did. Now let's recapitulate the differences between metals and non-metals. ਧਾਤਾਂ ਚਮਕੀਲੀਆਂ ਹੁੰਦੀਆਂ ਹਨ, ਜਿਵੇਂ ਕਿ ਸੋਨਾ ਅਤੇ ਚਾਂਦੀ, ਜਦੋਂ ਕਿ ਅਧਾਤਾਂ ਚਮਕੀਲੀਆਂ ਨਹੀਂ ਹੁੰਦੀਆਂ, ਜਿਵੇਂ ਕਿ ਕੋਇਲਾ। ਧਾਤਾਂ ਰੂਮ ਟੈਂਪਰੇਚਰ ਤੇ ਠੋਸ ਅਵਸਥਾ ਵਿੱਚ ਹੁੰਦੀਆਂ ਹਨ, ਜਦੋਂ ਕਿ ਤਿੰਨ ਮੈਟਲਸ, ਤਿੰਨ ਧਾਤਾਂ लिथियम, सोडियम और पोटाशियम सॉफ्ट यानी कि नरम धातां हुंदियां हन, जिन्हां नूं असीं चाकू दी मदद नाल कट सकदे हां। अधातां बच्चों तीनों अवस्थावां विच पाईयां जांदियां हन। अधातां ठोस, तरल जां गैस हो सकदियां हन। वैसे तां अधातां नरम हुंदियां हन, but students, you would be surprised to know that diamond, which is a non-metal, is the hardest substance found। ਧਾਤਾਂ ਕੁਟੀਣਯੋਗ ਹੁੰਦੀਆਂ ਹਨ, ਉਹਨਾਂ ਨੂੰ ਕੁੱਟ ਕੇ ਉਹਨਾਂ ਦੀਆਂ ਚਾਦਰਾਂ ਬਣਾਈਆਂ ਜਾ ਸਕਦੀਆਂ ਹਨ, ਜਦੋਂ ਕਿ ਅਧਾਤਾਂ ਕੁਟੀਣਯੋਗ ਨਹੀਂ ਹੁੰਦੀਆਂ। that means they are non-malleable। ਧਾਤਾਂ ਦਾ ਅਗਲਾ ਗੁਣ ਹੈ ਧਾਤਾਂ ਦੀ ਖਚੀਣਯੋਗਤਾ, ਜਿਸ ਵਿੱਚ ਅਸੀਂ ਉਹਨਾਂ ਨੂੰ ਖਿੱਚ ਕੇ ਉਹਨਾਂ ਦੀਆਂ ਲੰਬੀਆਂ ਤਾਰਾਂ ਬਣਾ ਸਕਦੇ ਹਾਂ। ਤੇ ਅਧਾਤਾਂ ਬੱਚਿਓ
ਅਧਾਤਾਂ ਤੋਂ ਤਾਰਾਂ ਨਹੀਂ ਬਣਾਈਆਂ ਜਾ ਸਕਦੀਆਂ। ਅਧਾਤਾਂ ਵਿੱਚ ਖਚੀਣ ਯੋਗਤਾ ਦਾ ਗੁਣ ਨਹੀਂ ਹੁੰਦਾ। ਧਾਤਾਂ ਤਾਪ ਅਤੇ ਬਿਜਲੀ ਦੀਆਂ ਸੁਚਾਲਕ ਹੁੰਦੀਆਂ ਹਨ, ਜਿਸ ਕਰਕੇ ਉਹਨਾਂ ਦਾ ਉਪਯੋਗ ਬਰਤਨ ਬਣਾਉਣ ਲਈ ਅਤੇ ਬਿਜਲੀ ਦੇ ਉਪਕਰਨਾਂ ਵਿੱਚ ਕੀਤਾ ਜਾਂਦਾ ਹੈ। ਜਦੋਂ ਕਿ ਬੱਚਿਓ ਅਧਾਤਾਂ ਜੋ ਹਨ ਉਹ ਤਾਪ ਅਤੇ ਬਿਜਲੀ ਦੀਆਂ ਕੁਚਾਲਕ ਹੁੰਦੀਆਂ ਹਨ। ਸਿਰਫ ਇੱਕ ਅਧਾਤ ਜਿਹੜੀ ਕਿ ਗ੍ਰੇਫਾਈਟ ਹੈ ਉਹ ਤਾਪ ਦੀ ਸੁਚਾਲਕ ਹੈ, which is an exception। ਧਾਤਾਂ ਕਿਸੇ ਵੀ ਠੋਸ ਸਰਫੇਸ ਤੇ ਟਕਰਾਉਣ ਨਾਲ ਆਵਾਜ਼ ਪੈਦਾ ਕਰਦੀਆਂ ਹਨ, ਜਦੋਂ ਕਿ ਅਧਾਤਾਂ ਆਵਾਜ਼ ਪੈਦਾ ਨਹੀਂ ਕਰਦੀਆਂ। ਇਸ ਤੋਂ ਬਾਅਦ ਬੱਚਿਓ ਅੱਜ ਦਾ ਹੋਮਵਰਕ ਹੈ, ਤੁਸੀਂ ਸਾਰਿਆਂ ਨੇ ਇਹ ਕੁਐਸਚਨਸ ਕਰਨੇ ਹਨ। ਅਜਿਹੀ ਧਾਤ ਦੀ ਉਦਾਹਰਣ ਦਿਓ ਜੋ ਕਮਰੇ ਦੇ ਤਾਪਮਾਨ ਤੇ ਤਰਲ ਹੈ। ਹਾਂ ਬੱਚੇ ਦੱਸ ਸਕਦੇ ਹੋ ਕੋਈ ਅਜਿਹੀ ਧਾਤ ਦਾ ਨਾਮ? ਕਿਹੜੀ ਧਾਤ ਹੈ? ਮਰਕਰੀ, ਠੀਕ ਹੈ ਨਾ। ਅਜਿਹੀ ਧਾਤ ਜਿਸ ਨੂੰ ਚਾਕੂ ਨਾਲ ਕੱਟਿਆ ਜਾ ਸਕਦਾ ਹੈ। ਬੱਚਿਓ ਇਹ ਸਵਾਲ ਦਾ ਜਵਾਬ ਤੁਸੀਂ ਲੱਭਣ ਦੀ ਕੋਸ਼ਿਸ਼ ਕਰੋ। ਆਪਾਂ ਇਸ ਲੈਕਚਰ ਵਿੱਚ ਬਾਰ-ਬਾਰ ਇਹ ਐਕਸੈਪਸ਼ਨਸ ਯਾਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਅਜਿਹੀ ਧਾਤ ਦੀ ਉਦਾਹਰਣ ਦਿਓ ਜੋ ਤਾਪ ਦੀ ਚੰਗੀ ਚਾਲਕ ਹੈ। ਹਾਂਜੀ ਬੱਚਿਓ ਆਪਾਂ ਗੱਲ ਕੀਤੀ ਸੀ ਕਿ ਸਿਲਵਰ ਅਤੇ ਕਾਪਰ ਤਾਪ ਦੀਆਂ ਸਭ ਤੋਂ ਵਧੀਆ ਚਾਲਕ ਹਨ। ਕੋਈ ਅਜਿਹੀ ਧਾਤ ਜੋ ਤਾਪ ਦੀ ਘੱਟ ਚਾਲਕ ਹੈ। ਕਿਹੜੀ ਹੈ ਬੱਚਿਓ ਤਾਪ ਦੀ ਘੱਟ ਚਾਲਕ? ਲੈਡ ਅਤੇ ਮਰਕਰੀ। ਬੱਚਿਓ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਲੈਕਚਰ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆਇਆ ਹੋਵੇਗਾ ਅਤੇ ਅੱਜ ਦੇ ਇਸ ਲੈਕਚਰ ਤੋਂ ਬਾਅਦ ਤੁਸੀਂ ਪਦਾਰਥਾਂ ਨੂੰ ਧਾਤਾਂ ਅਤੇ ਅਧਾਤਾਂ ਵਜੋਂ ਪਹਿਚਾਣ ਕਰ ਸਕੋਗੇ। ਤੁਸੀਂ ਉਹਨਾਂ ਨੂੰ ਡਿਫਰੈਂਸ਼ੀਏਟ ਕਰ ਸਕੋਗੇ। ਥੈਂਕ ਯੂ। ਥੈਂਕ ਯੂ।